ਜਾਣ ਹੀ ਕਹੂੰਗਾ ਜੀ ਕਿ ਉਹ ਬਿਲਕੁਲ ਦੇਸ਼ ਦੀ ਰਾਖੀ ਦੇ ਲਈ ਅਣਜਾਣ ਨੇ ਕਿ ਡਿਫੈਂਸ ਕੀ ਹੁੰਦਾ ਹੈ, ਫੌਜਾਂ ਕੀ ਹੁੰਦੀਆਂ ਨੇ, ਇੱਕ ਜਵਾਨ ਕੀ ਹੁੰਦਾ ਜਿਹੜਾ ਆਪਣੀ ਦੇਸ਼ ਦੀ ਰਾਖੀ ਦੇ ਲਈ ਆਪਣੀ ਭਰ ਜਵਾਨੀ ਫੌਜ ਦੇ ਵਿੱਚ ਗੁਜ਼ਾਰਦਾ। ਜੇ ਧੁੱਪਾਂ ਪੈਂਦੀਆਂ ਹੋਣ, ਬਿਲਕੁਲ ਸਰ। ਚਾਹੇ ਠੰਡ ਪੈਂਦੀ ਹੋਵੇ, ਫੌਜੀ ਆ ਜਿਹੜਾ ਕਿ ਉਹ ਇਹਨਾਂ ਦੀ ਪਰਵਾਹ ਕੀਤੇ ਬਿਨਾਂ ਪਹਿਲਾਂ ਦੇਸ਼ ਦੀ ਜੋ ਕਿ ਰਾਖੀ ਕਰਦਾ ਹੈ, ਦੇਸ਼ ਦੀ ਰਾਖੀ ਕਰਦਾ, ਆਪਣੇ ਮਾਂ-ਬਾਪ ਨੂੰ, ਆਪਣੇ ਜੀਵਨ ਸਾਥੀ ਨੂੰ ਵੀ ਪਿੱਛੇ ਛੱਡ ਜਾਂਦਾ। ਬਿਲਕੁਲ ਸਾਲ ਬਾਅਦ ਉਹਨੂੰ ਛੁੱਟੀ ਮਿਲਦੀ ਹੈ, ਮਹੀਨਾ 2 ਮਹੀਨਾ ਦੀ। ਮੈਂ ਅੱਜ ਇੱਕ ਇੰਟਰਵਿਊ ਸੁਣ ਰਿਹਾ ਸੀ, ਕੋਈ BJP ਦੇ ਕਿਸੇ ਲੀਡਰ ਸੀ, ਉਹ ਕਹਿ ਰਿਹਾ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਵੱਡੇ ਵੱਡੇ ਕਾਰਖਾਨੇ ਆਉਣ, ਵੱਡੇ ਵੱਡੇ ਮਾਲ ਬਣਨੇ ਨੇ, ਵੱਡੇ ਉਹਨਾਂ ਦੀ ਰਾਖੀ ਕੌਣ ਕਰੂਗਾ? ਉਹਨਾਂ ਦੇ ਸਿਕਿਉਰਿਟੀ ਗਾਰਡ ਸਾਨੂੰ ਚਾਹੀਦੇ ਹੋਣਗੇ। ਇਹ ਜਿਹੜੇ ਭਰਤੀ ਕਰ ਰਹੇ ਨੇ, ਟ੍ਰੇਨਿੰਗ ਦੇ ਰਹੇ ਨੇ ਹਿੰਦੁਸਤਾਨ ਦੇ ਨੌਜਵਾਨਾਂ ਨੂੰ, ਇਹ ਸਿਰਫ ਅੰਬਾਨੀ ਅਡਾਨੀ ਦੇ ਗੁਦਾਮਾਂ ਦੀ ਰਾਖੀ ਕਰਨ ਵਾਸਤੇ, ਉਹਨਾਂ ਦੀ ਦੇਖਭਾਲ ਲਈ ਕਰ ਰਹੇ ਨੇ, ਦੇਸ਼ ਦੇ ਹਿੱਤ ਲਈ ਨਹੀਂ ਕਰਨਾ ਚਾਹੁੰਦੇ। ਇਹਨਾਂ ਦੀ ਸੋਚ ਕੁਝ ਹੋਰ ਹੈ, ਕਰਨਾ ਕੁਝ ਹੋਰ ਚਾਹੁੰਦੇ ਨੇ। ਲਾਉਣਾ ਤਾਂ ਉਹਨਾਂ ਨੂੰ ਡਿਗਰੀਆਂ, ਅੱਛੀ ਐਜੂਕੇਸ਼ਨ ਦਵਾ ਕੇ ਚੰਗੇ ਡਿਗਰੀਆਂ ਤੇ ਲਾਉਣਾ ਚਾਹੀਦਾ ਸੀ। ਇਹਨਾਂ ਨੇ ਉਹਨਾਂ ਨੂੰ ਸਿਰਫ ਸਿਕਿਉਰਿਟੀ ਗਾਰਡ ਤੱਕ ਹੀ ਸੀਮਿਤ ਰੱਖਿਆ ਕਿ ਆਉਣ ਵਾਲੇ ਅੰਬਾਨੀ ਅਡਾਨੀ ਦੇ ਜਿਹੜੇ ਗੁਦਾਮਾਂ ਨੇ ਉਹਨਾਂ ਦੀ ਰਾਖੀ ਕਰ ਸਕੇ, ਕਿ ਠੇਕੇ ਤੇ ਸਾਡੀ ਭਰਤੀ ਹੋਊਗੀ, ਇਹ ਅੰਬਾਨੀ ਅਡਾਨੀ ਕਰਨਗੇ। ਇਸ ਲਈ ਇਹ ਜੋ ਫੈਸਲਾ ਹੈ ਦੇਸ਼ ਦੇ ਹਿੱਤ ਵਾਸਤੇ ਨਹੀਂ, ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਤਾਂ ਕਿ ਸਾਡੇ ਨੌਜਵਾਨਾਂ ਦਾ ਜਿਹੜਾ ਭਵਿੱਖ ਹੈ ਉਹ ਉਜਲ ਬਣ ਸਕੇ। ਉਹ ਆਪਣੇ ਭਵਿੱਖ ਵਿੱਚ ਆਪਣੇ ਮਾਂ-ਬਾਪਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਜੀਵਨ ਸਾਥੀ ਨੂੰ ਚੰਗੀ ਜ਼ਿੰਦਗੀ, ਚੰਗੀ ਲਾਈਫ, ਚੰਗਾ ਰਸਤਾ ਦਿਖਾਉਣ। ਉਹ ਸਿਰਫ ਸਿਕਿਉਰਿਟੀ ਗਾਰਡ ਤੱਕ ਹੀ ਸੀਮਿਤ ਨਾ ਰਹਿਣ। ਬੱਸਾਂ ਨੂੰ ਫੂਕ ਦਿੱਤਾ ਜਾਂ ਫਿਰ ਭੰਨ ਤੋੜ ਕਰ ਦਿੱਤੀ। ਦੇਖੋ ਈਸ਼ਾ ਜੀ, ਜਿਹੜੀ ਜਵਾਨੀ ਹੁੰਦੀ ਹੈ ਇਹ ਜੋਸ਼ ਹੁੰਦੀ ਹੈ, ਇਹ ਅੱਗ ਦਾ ਗੋਲਾ ਹੁੰਦਾ ਜੀ। ਇਸ ਨੂੰ ਇਹ ਅੱਗ ਦੇ ਗੋਲੇ ਨੂੰ ਜੇ ਆਪਾਂ ਸਹੀ ਤਰੀਕੇ ਨਾਲ ਚਲਾਈਏ, ਉਹਦੇ ਉੱਤੇ ਅਸੀਂ ਵੱਡੀ ਤੋਂ ਵੱਡੀ ਊਰਜਾ ਪੈਦਾ ਕਰ ਸਕਦੇ ਹਾਂ। ਉੱਤੇ ਹਰ ਚੀਜ਼ ਦਾ, ਜੇ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਤਾਂ ਉਹ ਸਭ ਕਿਸ ਨੂੰ ਸਾੜ ਦਿੰਦੀ। ਹਾਂਜੀ ਪ੍ਰੀਤਮ ਸਰ, ਅੱਜ ਦਾ ਸਾਡਾ ਮੁੱਦਾ ਹੈ ਕਿ ਜੋ ਅਗਨੀਪਥ ਨੂੰ ਲੈ ਕੇ ਸਕੀਮ ਹੈ ਜਿਹੜੀ ਜੀ, ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਸਕੀਮ ਲਾਗੂ ਕੀਤੀ ਗਈ ਹੈ, ਤੁਹਾਨੂੰ ਵੀ ਪਤਾ ਹੀ ਹੋਊਗਾ ਕਿ ਇਸ ਦਾ ਰੋਸ ਚੱਲ ਰਿਹਾ। ਨੌਜਵਾਨਾਂ ਦੇ ਵੱਲੋਂ ਭਾਰੀ ਰੋਸ ਜ਼ਾਹਿਰ ਕੀਤਾ ਜਾ ਰਿਹਾ, ਟ੍ਰੇਨਾਂ ਨੂੰ ਅੱਗ ਲਗਾਈ ਜਾ ਰਹੀ ਹੈ, ਜਾਂ ਅੱਜ ਲੁਧਿਆਣੇ ਦੇ ਵਿੱਚ ਵੀ ਜੋ ਕਿ ਰੇਲਵੇ ਸਟੇਸ਼ਨ ਤੇ ਦੇਖਣ ਨੂੰ ਮਿਲਿਆ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਅਗਨੀਪਥ ਸਕੀਮ ਨੂੰ ਲੈ ਕੇ, ਕਿ ਸਹੀ ਹੈ ਜਾਂ ਫਿਰ ਗਲਤ? ਈਸ਼ਾ ਜੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੀ ਇਹ ਪਹਿਲੀ ਵਾਰ ਕਿਸੇ ਸਰਕਾਰ ਨੇ ਏਦਾਂ ਦਾ ਫੈਸਲਾ ਲਿਆ ਜਿਹੜਾ ਇੱਕ ਦੇਸ਼ ਦੀ ਰੱਖਿਆ ਵਾਸਤੇ, ਡਿਫੈਂਸ ਵਾਸਤੇ ਇੱਕ ਠੇਕੇ ਦੇ ਉੱਤੇ ਭਰਤੀ ਕੀਤੀ ਜਾਵੇ ਜੀ, ਕਿਉਂਕਿ ਇਹ ਦੇਸ਼ ਦਾ ਇੱਕ ਬੜਾ ਸੰਵਿਧਾਨਿਕ ਮੁੱਦਾ ਹੈ ਜੀ। ਸਾਡਾ ਹਿੰਦੁਸਤਾਨ 2 ਦੇਸ਼ਾਂ ਦੇ ਵਿਚਾਲੇ ਫਸਿਆ ਹੋਇਆ, ਚਾਈਨਾ ਤੇ ਪਾਕਿਸਤਾਨ ਜੀ। ਬਹੁਤ ਵੱਡੀ ਸਰਹੱਦ ਲੱਗਦੀ ਹੈ ਜਿਨ੍ਹਾਂ ਦੇ ਨਾਲ ਸਾਡੇ ਸੰਬੰਧ ਚੰਗੇ ਨਹੀਂ ਹੈਗੇ ਜੀ। ਉਹ ਕੋਈ ਨਾ ਕੋਈ ਗਤੀਆਂ ਵਿਧੀਆਂ ਕਰਕੇ ਹਿੰਦੁਸਤਾਨ ਨੂੰ ਡਿਸਟਰਬ ਕਰਨਾ ਚਾਹੁੰਦੇ ਜੀ। ਉਹ ਸਾਡੀਆਂ ਉਹ ਜਵਾਨ ਜੁਝਾਰੂ ਫੌਜੀ ਨੇ ਜਿਹੜਾ ਉਹਨਾਂ ਦੇ ਡਟ ਕੇ ਮੁਕਾਬਲਾ ਕਰ ਰਹੀਆਂ ਨੇ ਜੀ। ਜਿਹੜੇ ਜਵਾਨ 18 ਸਾਲ ਤੋਂ ਲੈ ਕੇ ਪਹਿਲਾਂ 22 ਸਾਲ ਤੱਕ ਭਰਤੀ ਕੀਤੇ ਜਾਂਦੇ ਸਨ, ਉਹਨਾਂ ਨੂੰ ਪਹਿਲਾਂ 4-5 ਸਾਲ ਦਾ ਟ੍ਰੇਨ ਦਿੱਤੀ ਜਾਂਦੀ ਸੀ, ਕਿਉਂਕਿ ਵੈਪਨ ਇੰਨੇ ਹੁੰਦੇ ਆ ਮਿਲਟਰੀ ਦੇ ਵੀ ਡਿਫੈਂਸ ਵਾਸਤੇ, ਜਿਨ੍ਹਾਂ ਦਾ ਕਿ 3-4 ਸਾਲ ਦੇ ਵਿੱਚ ਤਾਂ ਪਤਾ ਹੀ ਲੱਗਦਾ ਕਿ ਇਹ ਵੈਪਨ ਕਿੱਦਾਂ ਚਲਾਉਣਾ ਹੈ, ਕੀ ਕਰਨਾ ਹੈ, ਕਿੱਦਾਂ ਇਹ ਕਰਨਾ। ਇਸ ਦੂਜੇ ਫਿਰ ਮੋਰਚਾਬੰਦੀ ਹੁੰਦੀ ਹੈ ਸਰਹੱਦਾਂ ਦੇ ਉੱਤੇ। ਕਈ ਵਾਰ ਲੇਹ ਲਦਾਖ ਹੈ ਜਿੱਥੇ ਬਰਫ਼ ਪੈਂਦੀ ਹੈ, ਕਈ ਦੂਜੀਆਂ ਪਾਕਿਸਤਾਨ ਦੇ ਨਾਲ ਦੂਜੀਆਂ ਸਰਹੱਦਾਂ ਨੇ, ਉਹਨਾਂ ਦਾ ਪਤਾ ਲੱਗਦਾ। ਪਰ ਜਿਹੜੀ ਇਹਨਾਂ ਨੇ ਅਗਨੀਪਥ ਜਿਹੜੀ ਸਕੀਮ ਚਲਾਈ ਹੈ, ਸਿਰਫ ਕਹਿੰਦੇ ਅਸੀਂ 18 ਸਾਲ ਤੋਂ ਲੈ ਕੇ 23 ਸਾਲ ਦੇ ਨੌਜਵਾਨਾਂ ਨੂੰ ਇਹਦੇ ਵਿੱਚ ਭਰਤੀ ਕਰਨਾ। ਸਿਰਫ ਉਹਨਾਂ ਦੀ ਜਿਹੜੀ ਸਰਵਿਸ ਹੋਣੀ ਹੈ ਉਹ ਸਿਰਫ 4 ਸਾਲ ਦੀ ਹੋਣੀ ਹੈ ਜੀ। 4 ਸਾਲ ਤੋਂ ਬਾਅਦ 75% ਜਿਹੜੇ ਨੌਜਵਾਨ ਨੇ ਉਹਨਾਂ ਨੂੰ ਡਿਫੈਂਸ ਲਿਆ ਜਾਊਗਾ। ਜਿਹੜੇ ਬਾਕੀ 75% ਬੱਚੇ ਬਚਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਦੂਜੇ ਮਹਿਕਮੇ ਵਿੱਚ ਸਿਕਿਉਰਿਟੀ ਗਾਰਡ ਜਾਂ ਇੱਦਾਂ ਥਾਂ 'ਤੇ ਲੈ ਜਾਏ। ਬੜੀ ਹੀ ਜਿਹੜਾ ਇਹਨਾਂ ਸੈਂਟਰ ਸਰਕਾਰ ਨੇ ਫੈਸਲਾ ਲਿਆ, ਇਹ ਬਹੁਤ ਹੀ ਇੱਕ ਦੇਸ਼ ਦੇ ਹਿੱਤ ਵਾਸਤੇ ਨਹੀਂ। ਇਸ ਫੈਸਲੇ ਦੇ ਖਿਲਾਫ ਤਿੰਨੇ ਫੌਜਾਂ ਦੇ ਸਾਬਕਾ ਜਰਨਲਾਂ ਨੇ ਵੀ TV ਦੇ ਉੱਤੇ ਆਪਣੀ ਵਿਆਖਿਆ ਕੀਤੀ ਹੈ ਕਿ ਕਦੇ ਵੀ ਇੱਦਾਂ ਦੇ ਫੈਸਲੇ ਦੇਸ਼ ਦੇ ਹਿੱਤ ਵਾਸਤੇ ਨਹੀਂ ਹੁੰਦੇ। ਇਹ ਕੋਈ ਮਹਿਕਮਾ ਦੂਜਾ ਤਾਂ ਹੈ ਨਹੀਂ, ਕੋਈ
ਕਿ ਮਾਸਟਰਾਂ ਦਾ ਮਹਿਕਮੇ ਠੇਕੇ ਤੇ ਭਰਤੀ ਕਰ ਲਏ ਜਾਂ ਕੋਈ ਬਿਜਲੀ ਦਾ ਮਹਿਕਮਾ ਠੇਕੇ ਤੇ ਭਰਤੀ ਕਰ ਲਏ। ਕਿਉਂਕਿ ਦੇਖੋ 4 ਸਾਲ ਤਾਂ ਅਗਲਾ ਟ੍ਰੇਨਿੰਗ ਹੀ ਲਊਗਾ, ਠੀਕ ਹੈ ਨਾ, ਉਸ ਤੋਂ ਬਾਅਦ ਉਹ 4 ਸਾਲ ਟ੍ਰੇਨਿੰਗ ਲਊਗਾ ਤਾਂ ਹੋਰ ਫਿਰ ਉਹ ਅੱਤਵਾਦ ਦਾ ਰਸਤਾ ਨਹੀਂ ਅਪਣਾਊਗਾ ਜਾਂ ਕੀ ਨਹੀਂ ਕਰੂਗਾ, ਕਿਉਂਕਿ ਉਹਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਊਗੀ। ਉਸ ਤੋਂ ਬਾਅਦ ਤਾਂ ਉਸ ਨੂੰ ਨੌਕਰੀ ਛੱਡਣੀ ਪਊਗੀ ਕਿਉਂਕਿ 4 ਸਾਲ ਤੱਕ ਦੀ ਜਿਹੜੀ ਕਿ ਸਕੀਮ ਲਾਗੂ ਕੀਤੀ ਗਈ ਹੈ। ਦੇਖੋ ਈਸ਼ਾ ਜੀ, ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਹੋ ਜੀ। ਜਿਹੜਾ ਬੱਚਾ 21 ਸਾਲ ਤੋਂ 23 ਸਾਲ ਦਾ ਭਰਤੀ ਹੋ ਕੇ ਉਹ 27 ਸਾਲ ਦੀ ਉਮਰ ਦੇ ਵਿੱਚ 27 ਸਾਲ ਦੀ ਉਮਰ ਦੇ ਵਿੱਚ ਉਹ ਵਿਹਲਾ ਹੋ ਜਾਊਗਾ, ਉਹਨੂੰ ਨੌਕਰੀ ਨਹੀਂ ਮਿਲੂਗੀ। ਬਿਲਕੁਲ, ਨਾ ਹੀ ਉਹ ਪੈਨਸ਼ਨ ਮਿਲੂਗੀ ਤੇ ਨਾ ਹੀ ਉਸ ਨੂੰ ਕੋਈ ਕੰਟੀਨ ਮੈਡੀਕਲ ਸੁਵਿਧਾ ਦਿੱਤੀ ਜਾਊਗੀ। ਬਿਲਕੁਲ, ਉਹਨੂੰ ਕੋਈ ਵੀ ਜੋ ਡਿਫੈਂਸ ਦੇ ਫੌਜੀ ਨੂੰ ਕੰਟੀਨ ਦੀ ਸੁਵਿਧਾ ਮਿਲਦੀ ਹੈ, ਪੈਨਸ਼ਨ ਮਿਲਦੀ ਹੈ, ਛੁੱਟੀਆਂ ਮਿਲਦੀਆਂ ਨੇ, ਉਹ ਕੁਝ ਨਹੀਂ ਮਿਲੂਗਾ। ਉਹ ਸਵਾਏ ਫਿਰ ਜੀ ਕੋਈ ਗਲਤ ਰਸਤਾ ਅਖਤਿਆਰ ਕਰਦੇ ਹੋਰ ਕਿਹੜੇ ਪਾਸੇ ਜਾਊਗਾ ਜੀ, ਕਿਉਂਕਿ ਉਹਦੇ ਮਨ ਦੀ ਜਿਹੜੀ ਇੱਛਾ ਸੀ। ਦੇਖੋ ਫੌਜ ਦੇ ਵਿੱਚ 2 ਫਿਰਕਿਆਂ ਦੇ ਲੋਕ ਨੇ, ਇੱਕ ਤਾਂ ਅਤੀ ਗਰੀਬ ਨੇ ਜਿਹੜੇ ਕਿ ਕੋਈ ਵੱਡੀ ਨੌਕਰੀ ਉਹਨਾਂ ਨੂੰ ਮਿਲ ਨਹੀਂ ਸਕਦੀ, ਚੰਗੀ ਐਜੂਕੇਸ਼ਨ ਪੜ੍ਹ ਨਹੀਂ ਸਕਦੇ ਹੈਗੇ, ਚੰਗਾ ਉਹਨਾਂ ਦਾ ਕੋਈ ਸਾਧਨ ਨਹੀਂ ਹੁੰਦਾ। ਦੂਜਾ ਮੀਡੀਅਮ ਲੋਕ ਜਿਹੜੇ ਕਿ ਪਿੰਡਾਂ ਦੇ ਵਿੱਚ ਰਹਿੰਦੇ ਨੇ, 70% ਲੋਕ ਪਿੰਡਾਂ। ਪਰ ਜਿਹੜੇ ਇਹ ਵੱਡੇ ਜਿਹੜਾ ਫੈਸਲਾ ਲੈਣ ਵਾਲੇ ਨੇ, ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਕਿ ਤੁਹਾਡਾ ਬੱਚਾ ਕੋਈ ਫੌਜ ਦੇ ਵਿੱਚ ਹੈ, ਕੋਈ ਤਿੰਨੇ ਫੌਜਾਂ ਦੇ ਵਿੱਚ, ਜਲ ਸੈਨਾ, ਥਲ ਸੈਨਾ ਤੇ ਦੂਜੀ ਸੈਨਾ ਦੇ ਵਿੱਚ, ਕੀ ਤੁਸੀਂ ਕੋਈ ਬੱਚਾ ਭਰਤੀ ਕਰਾਇਆ? ਕੀ ਤੁਹਾਡਾ ਬੱਚਾ ਕੋਈ ਦੇਸ਼ ਦੀ ਰਾਖੀ ਵਾਸਤੇ ਚਾਈਨਾ ਦੇ ਖਿਲਾਫ ਜਾਂ ਪਾਕਿਸਤਾਨ ਦੀ ਜੰਗ ਲੜੀ ਹੈ? ਕੀ ਤੁਹਾਡਾ ਬੱਚਾ ਕੋਈ ਦੇਸ਼ ਦੀ ਖਾਤਰ ਸ਼ਹੀਦ ਹੋਇਆ? ਕੀ ਤੁਹਾਡਾ ਬੱਚਾ ਅੱਜ ਜਾਂ ਤੁਹਾਡਾ ਬਜ਼ੁਰਗ ਕੋਈ, ਇੱਥੇ ਗੱਲਾਂ ਛੱਡੋ ਵੀ ਇਹਨਾਂ ਵੀ ਕੀ ਤੁਹਾਡੇ ਬਜ਼ੁਰਗਾਂ ਨੇ ਕਿਸੇ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੋਈ ਏਦਾਂ ਸਹਿਯੋਗਦਾਨ ਪਾਇਆ? ਅੱਜ ਸਾਡਾ ਦੇਸ਼ ਉਹਨਾਂ ਦੇ ਹੱਥਾਂ ਵਿੱਚ ਆ ਗਿਆ ਜਿਹੜੇ ਕਿ ਦੇਸ਼ ਦੀ ਰਾਖੀ ਦੇ ਲਈ ਬਿਲਕੁਲ ਅਣਜਾਣ, ਮੈਂ ਅਣਜਾਣ ਹੀ ਕਹੂੰਗਾ ਕਿ ਉਹ ਬਿਲਕੁਲ ਦੇਸ਼ ਦੀ ਰਾਖੀ ਦੇ ਲਈ ਅਣਜਾਣ ਨੇ ਕਿ ਡਿਫੈਂਸ ਕੀ ਹੁੰਦਾ, ਫੌਜਾਂ ਕੀ ਹੁੰਦੀਆਂ ਨੇ, ਇੱਕ ਜਵਾਨ ਕੀ ਹੁੰਦਾ ਜਿਹੜਾ ਆਪਣੀ ਦੇਸ਼ ਦੀ ਰਾਖੀ ਦੇ ਲਈ ਆਪਣੀ ਭਰ ਜਵਾਨੀ ਫੌਜ ਦੇ ਵਿੱਚ ਗੁਜ਼ਾਰਦਾ। ਜੇ ਧੁੱਪਾਂ ਪੈਂਦੀਆਂ ਹੋਣ, ਬਿਲਕੁਲ ਚਾਹੇ ਠੰਡ ਪੈਂਦੀ ਹੋਵੇ, ਫੌਜੀ ਆ ਜਿਹੜਾ ਕਿ ਉਹ ਇਹਨਾਂ ਦੀ ਪਰਵਾਹ ਕੀਤੇ ਬਿਨਾਂ ਪਹਿਲਾਂ ਦੇਸ਼ ਦੀ ਜੋ ਕਿ ਰਾਖੀ ਕਰਦਾ, ਦੇਸ਼ ਦੀ ਰਾਖੀ ਕਰਦਾ, ਆਪਣੇ ਮਾਂ-ਬਾਪ ਨੂੰ, ਆਪਣੇ ਜੀਵਨ ਸਾਥੀ ਨੂੰ ਵੀ ਪਿੱਛੇ ਛੱਡ ਜਾਂਦਾ। ਬਿਲਕੁਲ, ਸਾਲ ਬਾਅਦ ਉਹਨੂੰ ਕੋਈ ਛੁੱਟੀ ਮਿਲਦੀ ਹੈ, ਮਹੀਨਾ 2 ਮਹੀਨਾ ਦੀ, ਬਿਲਕੁਲ ਉਹ ਛੁੱਟੀ ਦੇ ਉੱਤੇ ਆਉਂਦਾ। ਪਰ ਇਹਨਾਂ ਨੇ ਤਾਂ ਇੱਕ ਕੇਂਦਰ ਸਰਕਾਰ ਹੈ ਜਿਹੜੀ ਕਿ ਉਹ ਜਵਾਨਾਂ ਨੂੰ ਇੱਕ ਵਰਤ ਕੇ ਛੱਡਣਾ ਚਾਹੁੰਦੀ ਹੈ, ਕਿਉਂਕਿ ਇੱਕ ਜਵਾਨੀ ਦਾ ਜੋ ਜਜ਼ਬਾ ਹੁੰਦਾ ਹੈ, ਕੁਝ ਕਰਕੇ ਵਿਖਾਉਣ ਦਾ ਜਜ਼ਬਾ ਹੁੰਦਾ ਹੈ, ਠੀਕ ਹੈ ਨਾ ਸਰ। ਤੇ ਜਿਹੜੀ ਕਿ ਕੇਂਦਰ ਸਰਕਾਰ ਦਾ ਇੱਕ ਮਕਸਦ ਹੀ ਕਹਿ ਸਕਦੇ ਆਪਾਂ ਕਿ ਇੱਕ ਵਰਤ ਕੇ ਨੌਜਵਾਨਾਂ ਨੂੰ ਛੱਡਣਾ ਚਾਹੁੰਦੀ ਹੈ। ਇਹ ਦੇਸ਼ ਦੇ ਨੌਜਵਾਨਾਂ ਦੀ ਜਵਾਨੀ ਦੇ ਨਾਲ ਖੇਡਣਾ ਚਾਹੁੰਦੀ ਹੈ। ਬਿਲਕੁਲ, ਅਸਲੀ ਕਾਰਨ ਕੀ ਹੈ ਕਿ ਜੋ ਅਵਾਨੀ ਤੇ ਅਡਾਨੀ ਦਾ ਰਸਤਾ ਇਹਨਾਂ ਨੇ ਹਿੰਦੁਸਤਾਨ ਵਾਸਤੇ ਖੋਲਿਆ। ਮੈਂ ਅੱਜ ਇੱਕ ਇੰਟਰਵਿਊ ਸੁਣ ਰਿਹਾ ਸੀ ਕੋਈ ਬੀਜੇਪੀ ਦੇ ਕਿਸੇ ਲੀਡਰ ਦੀ, ਉਹ ਕਹਿ ਰਿਹਾ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਵੱਡੇ ਕਾਰਖਾਨੇ ਆਉਣੇ ਨੇ, ਵੱਡੇ ਮਾਲ ਬਣਨੇ ਨੇ, ਵੱਡੇ ਉਹਨਾਂ ਦੀ ਰਾਖੀ ਕੌਣ ਕਰੂਗਾ? ਉਹਨਾਂ ਦੇ ਸਿਕਿਉਰਿਟੀ ਗਾਰਡ ਸਾਨੂੰ ਚਾਹੀਦੇ ਹੋਣਗੇ। ਇਹ ਜਿਹੜੇ ਭਰਤੀ ਕਰ ਰਹੇ ਨੇ, ਟ੍ਰੇਨਿੰਗ ਦੇ ਰਹੇ ਨੇ ਹਿੰਦੁਸਤਾਨ ਦੇ ਨੌਜਵਾਨਾਂ ਨੂੰ, ਇਹ ਸਿਰਫ ਅਵਾਨੀ ਅਡਾਨੀ ਦੇ ਗੁਦਾਮਾਂ ਦੀ ਰਾਖੀ ਕਰਨ ਵਾਸਤੇ, ਉਹਨਾਂ ਦੀ ਦੇਖਭਾਲ ਲਈ ਕਰ ਰਹੇ ਨੇ, ਦੇਸ਼ ਦੇ ਹਿੱਤ ਲਈ ਨਹੀਂ ਕਰਨਾ ਚਾਹੁੰਦੇ। ਇਹਨਾਂ ਦੀ ਸੋਚ ਕੁਝ ਹੋਰ ਹੈ, ਕਰਨਾ ਕੁਝ ਹੋਰ ਚਾਹੁੰਦੇ ਨੇ। ਦੇਖੋ ਜਿੰਨੇ ਭਰਤੀ ਹੁੰਦੀ ਹੈ ਇਹਦੇ ਵਿੱਚ ਪੰਜਾਬ ਦੇ, ਹਰਿਆਣਾ ਦੇ, ਯੂਪੀ ਦੇ, ਬਿਹਾਰ ਦੇ, ਇਹਨਾਂ ਸਟੇਟਾਂ ਦੇ ਹੁੰਦੇ ਨੇ। ਤੇ ਮੈਨੂੰ ਦੱਸੋ ਗੁਜਰਾਤ ਦੇ ਕਿੰਨੇ ਕੁ ਨੇ, ਜਾਂ ਤਾਮਿਲਨਾਡੂ ਦੇ ਕਿੰਨੇ ਕੁ ਨੇ, ਜਾਂ ਮਹਾਰਾਸ਼ਟਰ ਦੇ ਕਿੰਨੇ ਕੁ ਵਜੇ? ਸਭ ਤੋਂ ਵੱਧ ਰੇਸ਼ੋ ਜਿਹੜੀ ਹੈ ਇਹ 2 ਸੂਬਿਆਂ ਦੀ ਹੁੰਦੀ ਹੈ, ਇੱਕ ਪੰਜਾਬ ਦੀ ਤੇ ਦੂਜੇ ਨੰਬਰ ਤੇ ਹਰਿਆਣਾ, ਤੀਜੇ ਨੰਬਰ ਯੂਪੀ, ਬਿਹਾਰ ਤੇ ਇਹ ਹੈ। ਇਹ ਨੌਜਵਾਨਾਂ ਨੂੰ ਲਾਉਣਾ ਤਾਂ ਉਹਨਾਂ ਨੂੰ ਡਿਗਰੀਆਂ, ਅੱਛੀ ਐਜੂਕੇਸ਼ਨ ਦਵਾ ਕੇ ਚੰਗੇ ਡਿਗਰੀਆਂ ਤੇ ਲਾਉਣਾ ਚਾਹੀਦਾ ਸੀ। ਇਹਨਾਂ ਨੇ ਉਹਨਾਂ ਨੂੰ ਸਿਰਫ ਸਿਕਿਉਰਿਟੀ ਗਾਰਡ ਤੱਕ ਹੀ ਸੀਮਿਤ ਰੱਖਿਆ ਕਿ ਆਉਣ ਵਾਲੇ ਅਵਾਨੀ ਅਡਾਨੀ ਦੇ ਜਿਹੜੇ ਗੁਦਾਮਾਂ ਨੇ ਉਹਨਾਂ ਦੀ ਰਾਖੀ ਕਰ ਸਕੇ। ਜਾਨੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋ ਸਕੇ, ਇਸ ਕਰਕੇ ਨੌਜਵਾਨਾਂ ਨੂੰ ਵਰਤਿਆ ਜਾ ਰਿਹਾ, ਜਿਵੇਂ ਕਿ ਪਹਿਲਾਂ ਕਿਸਾਨਾਂ ਨਾਲ ਕੀਤਾ ਗਿਆ ਤੇ ਹੁਣ ਨੌਜਵਾਨਾਂ ਤੇ ਸਿੱਧਾ ਹਮਲਾ ਕੀਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ। ਈਸ਼ਾ ਜੀ, ਇਸ ਦੇਸ਼ ਦੇ ਵਿੱਚ ਨਾ ਕਿਸਾਨ ਸੇਫ ਹੈ, ਨਾ ਨੌਜਵਾਨ ਸੇਫ ਹੈ। ਬਿਲਕੁਲ, ਪਹਿਲਾਂ ਕਿਸਾਨਾਂ ਦੇ ਨਾਲ ਇਹਨਾਂ ਨੇ 1 ਸਾਲ 14 ਦਿਨ ਜੋ ਧੱਕਾ ਕੀਤਾ ਹੈ ਦਿੱਲੀ ਦੇ ਬਾਰਡਰਾਂ ਦੇ ਉੱਤੇ। ਉਹਨਾਂ ਨੇ ਧੁੱਪਾਂ ਦੇ ਵਿੱਚ, ਮੀਂਹਾਂ ਦੇ ਵਿੱਚ, ਸਰਦੀਆਂ ਦੇ ਵਿੱਚ, ਵਗਦੇ ਝੱਖੜਾਂ ਦੇ ਵਿੱਚ ਬੈਠ ਕੇ ਆਪਣੇ ਕਿਸਾਨ 740 ਤੋਂ ਵੱਧ ਸ਼ਹੀਦ ਕਰਾ। ਤੇ ਅੱਜ ਜਿਹੜਾ ਜਦ ਨੌਜਵਾਨਾਂ ਲਈ ਚੱਕਿਆ, ਅੱਜ ਨੌਜਵਾਨ
ਜਿਹੜੇ ਕਿ 2 ਤੋਂ 3 ਸਾਲ ਤੋਂ ਤਿਆਰੀ ਕਰ ਰਹੇ ਸੀ, ਅਸੀਂ ਫੌਜ ਵਿੱਚ ਜਾਵਾਂਗੇ, ਸਵੇਰੇ ਰੇਸ ਲਾਉਂਦੇ ਸੀ, ਐਕਸਰਸਾਈਜ਼ ਕਰਦੇ ਸੀ, ਆਪਣੀ ਬਾਡੀ ਨੂੰ ਬਣਾਉਂਦੇ ਸਨ। ਉਹਨਾਂ ਨੂੰ ਇਹ ਸੀ ਅਸੀਂ ਦੇਸ਼ ਦੀ ਰਾਖੀ ਭਰਤੀ ਹੋ ਕੇ ਫੌਜੀ ਬਣਾਂਗੇ, ਸੂਰਬੀਰ ਯੋਧੇ ਬਣਾਂਗੇ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੀ ਰਾਖੀ ਕਰਾਂਗੇ, ਸਾਡੀ ਪੈਨਸ਼ਨ ਮਿਲੂਗੀ, ਸਾਨੂੰ ਕੰਟੀਨ ਦੀ ਸਹੂਲਤਾਂ ਮਿਲਾਂਗੇ। ਅੱਜ ਉਹ ਨੌਜਵਾਨਾਂ ਦੀਆਂ ਜਿਹੜੀਆਂ ਇੱਛਾਵਾਂ ਸਨ, ਜੋ ਉਹਨਾਂ ਦੀ ਸੋਚਾਂ ਸਨ, ਜੋ ਉਹਨਾਂ ਦੇ ਸੁਪਨੇ ਸਨ, ਉਹਨਾਂ ਦੇ ਉੱਤੇ ਪਾਣੀ ਫੇਰ ਦਿੱਤਾ। ਇਸ ਫੈਸਲੇ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਸਿਵਾਏ ਬੀਜੇਪੀ ਨੂੰ ਛੱਡ ਕੇ ਸਾਰਾ ਲੋਕ ਵਿਰੋਧ ਕਰ ਰਹੇ ਨੇ। ਪਰ ਇਹਨਾਂ ਦੇ ਨੌਜਵਾਨਾਂ ਦੇ ਵੱਲੋਂ ਸਰ ਖੁਦਕੁਸ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਦੇਖੋ ਟ੍ਰਾਇਲ ਵੀ ਪਾਸ ਕੀਤਾ, ਫਿਜ਼ੀਕਲ ਟ੍ਰਾਇਲ ਅਤੇ ਟੈਸਟ ਵਗੈਰਾ ਵੀ, ਤੇ ਹੁਣ ਜਿਹੜਾ ਕਿ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰਤਾ ਤੇ ਅੱਜ ਜਿਹੜੇ ਕਿ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਨੇ। ਈਸ਼ਾ ਜੀ ਦੇਖੋ, ਤੇਲੰਗਾਨਾ ਦੇ ਵਿੱਚ ਗੋਲੀ ਚੱਲੀ ਹੈ, ਉੱਥੇ ਇੱਕ ਨੌਜਵਾਨ ਮਾਰਿਆ ਜੀ। ਬਹੁਤ ਥਾਂ ਤੇ ਗੱਡੀਆਂ ਨੂੰ ਅੱਗਾਂ ਲੱਗੀਆਂ, ਥਾਣਿਆਂ ਨੂੰ ਅੱਗਾਂ ਲੱਗੀਆਂ। ਤਾਂ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਨੁਕਸਾਨ ਪਾਉਣਾ। ਜਦੋਂ ਬੰਦੇ ਦਾ ਆਪਣਾ ਫਿਊਚਰ ਖਤਮ ਹੁੰਦਾ ਹੋਵੇ, ਅੱਗੇ ਉਸਨੂੰ ਕੋਈ ਚੀਜ਼ ਨਜ਼ਰ ਨਾ ਆਵੇ, ਉਹ ਪੰਜਾਬੀ 'ਚ ਕਹਿੰਦੇ ਮਰਦਾ ਕੀ ਨਾ ਕਰਦਾ, ਫਿਰ ਬੰਦਾ ਕਹਿੰਦਾ ਇਹਦੇ ਨਾਲ ਤਾਂ ਜੂਨ ਨਾਲੋਂ ਮਰਨਾ ਚੰਗਾ। ਬਿਲਕੁਲ ਅਸੀਂ ਇੰਨੀ ਪੜ੍ਹਾਈ ਕੀਤੀ ਹੈ ਜੇ ਸਾਰੀ ਜ਼ਿੰਦਗੀ 4 ਸਾਲ ਧੱਕੇ ਖਾ ਕੇ ਮੁੜ ਕੇ ਆਪਣੇ ਘਰ ਆ ਜਾਣਾ ਤੇ ਮੁੜ ਕੇ ਉਹ ਉਮਰ ਟੱਪ ਜਾਣੀ ਹੈ 27-28 ਸਾਲ ਤੇ ਕਿਸੇ ਮਹਿਕਮੇ ਨੇ ਲੈਣਾ ਨਹੀਂ ਹੈਗਾ। ਇਹ ਸਿਰਫ ਜੋ ਕੁਛ ਇਹ ਸੋਚ ਰਹੇ ਨੇ, ਜਿਸ ਤਰ੍ਹਾਂ ਸਾਰਾ ਦੇਸ਼ ਪਹਿਲਾਂ ਰੇਲਵੇ ਇਹਨਾਂ ਨੇ ਵੇਚਤੀ, ਇੰਸ਼ੋਰੈਂਸ ਇਹਨਾਂ ਨੇ ਵੇਚੀ, ਹਵਾਈ ਅੱਡੇ ਇਹਨਾਂ ਨੇ ਵੇਚਤੇ, ਉਹ ਕਿਹੜਾ ਮਹਿਕਮਾ ਜਿਹੜਾ ਇਹ ਹਿੰਦੁਸਤਾਨ ਦੀ ਸਰਕਾਰ ਨੇ ਗਿਰਵੀ ਹੈ ਕਿਸੇ ਦਾ ਨਹੀਂ ਵੇਚਿਆ। ਇਸੇ ਤਰ੍ਹਾਂ ਇਹ ਜਿਹੜੀ ਫੌਜ ਦੀ ਸੁਵਿਧਾ ਜਿਹੜੇ ਨੌਜਵਾਨਾਂ ਨੂੰ ਇਹ ਭਰਤੀ ਹੈ, ਇਹ ਵੀ ਇੱਕ ਦੇਸ਼ ਵਿੱਚ ਇਹ ਠੇਕੇ ਤੇ ਭਰਤੀ ਹੋਣ ਤਾਂ ਇਹ ਕਹਿੰਦੇ ਅਸੀਂ ਭਰਤੀ ਕਰਾਂਗੇ, ਕੱਲ੍ਹ ਨੂੰ ਇਹਨਾਂ ਨੇ ਇਹ ਠੇਕੇ ਦੇ ਉੱਤੇ ਆ ਜਾਣਾ ਕਿ ਠੇਕੇ ਤੇ ਸਾਡੀ ਭਰਤੀ ਹੋਊਗੀ, ਇਹ ਅਡਾਨੀ ਅਡਾਨੀ ਕਰਨਗੇ। ਇਸ ਲਈ ਇਹ ਜੋ ਫੈਸਲਾ ਹੈ ਦੇਸ਼ ਦੇ ਹਿੱਤ ਵਾਸਤੇ ਨਹੀਂ, ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਤਾਂ ਕਿ ਸਾਡੇ ਨੌਜਵਾਨਾਂ ਦਾ ਜਿਹੜਾ ਭਵਿੱਖ ਹੈ ਉਹ ਉਜਲ ਬਣ ਸਕੇ। ਉਹ ਆਪਣੇ ਭਿੱਖੇ ਵਿੱਚ ਆਪਣੇ ਮਾਂ ਬਾਪਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਜੀਵਨ ਸਾਥੀ ਨੂੰ ਚੰਗੀ ਜ਼ਿੰਦਗੀ, ਚੰਗੀ ਲਾਈਫ, ਚੰਗਾ ਰਸਤਾ ਦਿਖਾਉਣ। ਉਹ ਸਿਰਫ ਸਿਕਿਉਰਿਟੀ ਗਾਰਡ ਤੱਕ ਹੀ ਸੀਮਿਤ ਨਾ ਰਹਿਣ ਕਿ ਅਸੀਂ ਸਿਕਿਉਰਿਟੀ ਗਾਰਡ ਲਾ ਕੇ ਸਾਰੇ ਜ਼ਿੰਦਗੀ ਭਰ ਅਸੀਂ ਕਿਸੇ ਦੇ ਗੇਟ ਅੱਗੇ ਖੜੇ ਰਾਈਫਲ ਫੜ ਕੇ ਜਾਂ ਡੰਡਾ ਫੜ ਕੇ ਬੈਠੇ ਰਹਾਂਗੇ। ਇਹ ਜੋ ਸੋਚ ਹੈ ਇਹ ਦੇਸ਼ ਨੂੰ ਇੱਕ ਗੁਲਾਮ ਬਣਾਉਣ ਵਾਲੇ ਪਾਸੇ ਬਾਹਰਲੀ ਕੰਪਨੀਆਂ ਨੂੰ ਇੱਥੇ ਹਾਵੀ ਕਰਨ ਦੀ ਸਕੀਮ ਹੈ ਜੀ। ਤੇ ਨਾਲੇ ਸਰ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਿਟਾਇਰਮੈਂਟ ਤੇ ਇਹਨਾਂ ਨੂੰ ਜਿਹੜੀ ਕਿ 11 ਲੱਖ ਤੋਂ ਉੱਤੇ ਜਿਹੜੀ ਕਿ ਪੈਨਸ਼ਨ ਵੀ ਦਿੱਤੀ ਜਾਊਗੀ। ਤਾਂ ਸੋਚਿਆ ਜਾਵੇ ਕਿ ਉਹ ਪੈਸਾ ਕਿੰਨੀ ਕੁ ਦੇਰ ਤੱਕ ਚੱਲੇਗਾ? ਜਿਹੜਾ 11 ਲੱਖ ਰੁਪਈਆ ਹੈਗਾ ਤਾਂ ਕੁਛ ਤਾਂ ਪੈਸਾ ਇਹਨਾਂ ਦਾ ਆਪਣਾ ਹੀ ਪੈਸਾ ਜਿਹੜਾ ਜਮਾ ਹੁੰਦਾ ਪ੍ਰੋਵਿਡੈਂਟ ਫੰਡ ਉਹ ਹੋਣਗੇ, ਕੁਛ ਆਪਣੇ 11 ਲੱਖ। ਅੱਜ 11 ਲੱਖ ਦੇ ਨਾਲ 1-2 ਕਮਰਿਆਂ ਦਾ ਘਰ ਨਹੀਂ ਪੈਂਦਾ ਹੈਗਾ। ਬਿਲਕੁਲ, ਅੱਜ ਦੇ ਸਮੇਂ 'ਚ ਜੇਕਰ ਮਹਿੰਗਾਈ ਦੇਖੀ ਜਾਵੇ ਤਾਂ 11 ਲੱਖ ਤਾਂ ਕਿੰਨੇ ਕੁ ਦਿਨ ਚੱਲਣਗੇ? ਉਹ ਪੈਸੇ ਕਿੰਨੇ ਕੁ ਦਿਨ ਚੱਲਣਗੇ? ਇਹ ਇੱਕ ਲੋਕਾਂ ਨੂੰ ਗੁੰਮਰਾਹ 11 ਲੱਖ ਇਹ 1100 ਕਰੋੜਾਂ ਦੇ ਤਾਂ ਠੱਗੀਆਂ ਮਾਰ ਰਹੇ ਨੇ। 11 ਅਰਬਾਂ ਦੇ ਲੋਕ ਇਹ ਲੁੱਟਾਂ ਡਕਾਏ ਤੇ ਉਹਨਾਂ ਨੂੰ ਸਿਰਫ 11 ਲੱਖ ਰੁਪਈਆ ਇੱਕ ਪੂਰੀ ਜ਼ਿੰਦਗੀ ਵਾਸਤੇ ਉਹਨੂੰ ਦੇ ਕਹਿੰਦੇ ਕਾਰੋਬਾਰ 11 ਲੱਖ। ਦੱਸੋ ਅੱਜ ਕਿਹੜਾ ਕਾਰੋਬਾਰ ਜਿਹੜਾ 11 ਲੱਖ ਦੇ ਵਿੱਚ ਸ਼ੁਰੂ ਹੋ ਜਾਂਦਾ? ਇਹ ਜਿਹੜੇ ਹਿੰਦੁਸਤਾਨ ਦੇ ਲੋਕਾਂ ਨੂੰ, ਹਿੰਦੁਸਤਾਨ ਦੇ ਬੱਚਿਆਂ ਨੂੰ, ਆਮ ਲੋਕਾਂ ਦੇ ਬੱਚਿਆਂ ਨੂੰ ਇਹ ਲੀਡਰ ਕੋਈ ਸਮਝਦੇ ਨਹੀਂ। ਇੱਕ ਜਿੱਦਾਂ ਹੁੰਦਾ ਆਪਾਂ ਵੀ ਇਹ ਤਾਂ ਇੱਕ ਦੁਨੀਆ ਦੇ ਭਾਰ ਨੇ, ਕਿਵੇਂ ਨਾ ਕਿਵੇਂ ਇਹਨਾਂ ਤੋਂ ਪੈਂਡਾ ਛਡਾਇਆ ਜਾਵੇ। ਜਾਣੀ ਕਿ ਇਸ ਤਰ੍ਹਾਂ ਇੱਕ ਫੌਜ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ। ਦੇਖੋ ਈਸ਼ਾ ਜੀ, ਫੌਜ ਦੇ ਜਿੰਨੇ ਜਨਰਲ ਨੇ, ਰਿਟਾਇਰਡ ਜਨਰਲ, ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਇਸ ਟਾਈਮ ਮੌਜੂਦਾ ਨੇ ਉਹਨਾਂ ਨੇ ਵੀ ਕਿਹਾ ਇਹਦੇ ਬਾਰੇ ਸਲਾਹ ਕਰਨੀ ਚਾਹੀਦੀ ਸੀ ਤਿੰਨੇ ਫੌਜਾਂ ਦੇ ਜਨਰਲਾਂ ਦੇ ਨਾਲ। ਤੇ ਜਿਹੜੇ ਕਿ ਡਿਫੈਂਸ ਦੇ ਮਾਹਰ ਨੇ, ਜਿਨ੍ਹਾਂ ਨੇ ਪਹਿਲਾਂ ਡਿਫੈਂਸ ਦੇ ਵਿੱਚ ਨੌਕਰੀ ਕੀਤੀ ਹੈ, ਉਹਨਾਂ ਨੂੰ ਵੀ ਸਲਾਹ ਕਿ ਦੇਸ਼ ਦੀ ਰਾਖੀ ਕੀ ਠੇਕੇ ਦੇ ਜਵਾਨਾਂ ਨਾਲ ਕੀਤੀ ਜਾ ਸਕਦੀ ਹੈ। ਇੱਕ ਬੱਚਾ ਸਰਹੱਦ ਦੇ ਉੱਤੇ ਖੜਿਆ 3 ਸਾਲ, ਉਹਨੂੰ 1 ਸਾਲ ਉਹਦਾ ਰਹਿ ਗਿਆ, ਉਹ ਦੁਸ਼ਮਣ ਦੇ ਨਾਲ ਲੜੂਗਾ, ਕੋਈ ਇਹੀ ਸੋਚੂਗਾ ਵੀ ਸਾਲ ਬਾਅਦ ਮੈਂ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ। ਉਹ ਲੜਾਈ ਨਹੀਂ ਲੜ ਸਕਦਾ। ਇਹ ਚਿੰਤਾ ਰਹਿਣੀ ਹੈ ਕਿ ਹਾਂ ਕਿ ਮੇਰੇ ਤਾਂ ਹੁਣ ਨੌਕਰੀ ਛੱਡਣ ਦਾ ਵੀ ਸਮਾਂ ਨਜ਼ਦੀਕ ਆ ਰਿਹਾ, ਉਹ ਸਰਹੱਦ ਤੇ ਕੀ ਲੜੂਗਾ, ਉਹ ਸਰਹੱਦ ਦੇ ਉੱਤੇ ਕੀ ਲੜੂਗਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਇੱਥੇ ਹੈ ਨਹੀਂ ਇੰਗਲੈਂਡ ਦੇ ਵਿੱਚ, ਜਦੋਂ ਇਹ ਪਰਸੋਂ ਤੋਂ ਸ਼ੁਰੂ ਕੀਤਾ ਉਹਨੇ ਉਸੇ ਟਾਈਮ ਬਿਆਨ ਦਿੱਤਾ ਵੀ ਹਾਲਾਂਕਿ ਉਹ ਬੀਜੇਪੀ ਦੀ ਸਪੋਰਟਰ ਨੇ, ਬੀਜੇਪੀ ਦੇ ਉਹਨਾਂ ਨੇ ਸਪੋਰਟ ਕੀਤੀ ਵੀ ਜਿਹੜਾ ਫੈਸਲਾ ਇਹ ਬੀਜੇਪੀ ਨੇ ਲਿਆ ਇਹ ਦੇਸ਼ ਦੇ ਹਿੱਤ ਵਾਸਤੇ ਨਹੀਂ ਹੈਗਾ। ਕਦੇ ਠੇਕੇ ਦੇ ਜਵਾਨ ਦੇਸ਼ ਦੀ ਰਾਖੀ ਨਹੀਂ ਕਰਿਆ ਕਰਦੇ, ਦੇਸ਼ ਦੇ ਜਵਾਨ ਦੀ ਉਹ ਕਰਦੇ ਹੁੰਦੇ ਨੇ ਜਿਹੜੇ ਆਪਣੀ ਤਿਆਰੀ ਕਰਕੇ, ਜਿਹਨਾਂ ਨੂੰ ਪਤਾ ਹੁੰਦਾ ਕਿ ਸਾਰੀ ਜ਼ਿੰਦਗੀ ਮੈਂ ਦੇਸ਼ ਹਿੱਤ ਦੇ ਵਿੱਚ ਲਾਉਣੀ ਆ, ਉਸ ਤੋਂ ਬਾਅਦ ਜੇ ਮੈਂ ਸ਼ਹਾਦਤ ਦਿੱਤੀ ਤਾਂ ਮੇਰਾ ਨਾਮ ਵੀ ਰੋਸ਼ਨ ਹੋਊਗਾ ਤੇ ਉਸ ਤੋਂ ਬਾਅਦ ਮੇਰਾ ਸ਼ਹੀਦਾਂ 'ਚ ਵੀ ਨਾਂ ਆਊਗਾ ਤੇ ਮੇਰੇ ਪਰਿਵਾਰ ਨੂੰ ਪੈਨਸ਼ਨ ਵੀ ਮਿਲੂਗੀ ਤੇ ਮੇਰੇ ਪਰਿਵਾਰ ਨੂੰ
ਕੰਟੀਨ ਦੀ ਸੁਵਿਧਾ ਮਿਲਣੀ ਹੈ, ਹੋਰ ਹੀ ਮਤਲਬ ਜਦੋਂ ਇਹਨਾਂ ਨੂੰ 4 ਸਾਲ ਦਾ ਇਹਨਾਂ ਦਾ ਸਿਰਫ 4 ਸਾਲ ਤੱਕ ਮਤਲਬ ਵੀ ਸਾਡਾ 4 ਸਾਲ ਬਾਅਦ ਜਵਾਨ ਤੋਂ ਅਸੀਂ ਕੀ ਲੈਣਾ ਕੀ ਨਹੀਂ, 11 ਲੱਖ ਰੁਪਇਆ ਦਿੱਤਾ ਤੇ ਘਰੋਂ ਤੋਰਤਾ। ਇਸ ਲਈ ਜਦੋਂ ਇੱਕ ਪਾਰਲੀਮੈਂਟ ਦਾ ਮੈਂਬਰ, ਰਾਜ ਸਭਾ ਦਾ ਮੈਂਬਰ 5 ਸਾਲ ਵਾਸਤੇ ਹੁੰਦਾ ਜੀ, ਉਹ 5 ਸਾਲ ਦੇ ਮੈਂਬਰ ਨੂੰ ਜੋ ਸਹੂਲਤਾਂ ਮਿਲਦੀਆਂ ਨੇ ਉਹ ਇੰਨੀਆਂ ਸਹੂਲਤਾਂ ਪੈਨਸ਼ਨ ਮਿਲਦੀ ਹੈ, 5 ਸਾਲ ਬਾਅਦ ਉਹਨਾਂ ਦੀ ਵੀ ਪੈਨਸ਼ਨ ਲੱਗਦੀ ਹੈ, ਉਹਨਾਂ ਦੀ ਪੈਨਸ਼ਨ ਵੀ ਜਿਹੜੇ ਉਸ ਤੋਂ ਬਾਅਦ ਉਹਨੂੰ ਹੋਰ ਭੱਤੇ ਮਿਲਦੇ ਨੇ, ਹੋਰ ਉਹਨਾਂ ਨੂੰ ਫੈਸਿਲਿਟੀ ਮਿਲਦੀ ਦੇਸਾਂ ਵਿਦੇਸਾਂ ਵਿੱਚ ਮੈਡੀਕਲ। ਇਹਨਾਂ ਨੂੰ ਕੀ ਮਿਲਣਾ ਵਿਚਾਰਿਆਂ ਨੌਜਵਾਨਾਂ ਨੂੰ? ਇਹ ਭੋਲੇ ਭਾਲੇ ਇੱਕ ਅਨਪਲਾਇਮੈਂਟ ਹੈ, ਕੁੰਜ 19-20 ਸਾਲ 23 ਸਾਲ ਤਾਂ ਜ਼ਿੰਦਗੀ ਦਾ ਉਂਝ ਹੀ ਪਤਾ ਨਹੀਂ ਲੱਗਦਾ। ਇੱਕ ਜਾ ਕੇ ਉੱਥੇ ਇਹਨਾਂ ਨੇ ਦਿਨ ਰਾਤ ਉੱਥੇ ਦੇਖੋ, ਜਦੋਂ ਫੌਜ 'ਚ ਭਰਤੀ ਹੋ ਜਾਂਦੇ ਆ ਆਪਾਂ ਆਪਣੇ ਸਾਲ ਬਾਅਦ ਕਿਤੇ ਛੁੱਟੀ ਮਿਲਦੀ ਹੈ, ਸਾਲ ਬਾਅਦ ਆ ਕੇ ਆਪਣੇ ਘਰ ਦੇ ਬੱਚਿਆਂ ਦਾ ਮੂੰਹ ਦੇਖਦੇ ਆ। ਇਹ ਨਹੀਂ ਪਤਾ ਵੀ ਡਿਊਟੀ ਰਾਤ ਦੀ ਹੈ, ਦਿਨ ਦੀ ਹੈ, ਧੁੱਪ ਦੀ ਹੈ, ਕਿਸੇ ਜੰਗਲ ਦੇ ਵਿੱਚ ਹੈ, ਕਿਸੇ ਪਹਾੜ ਦੇ ਵਿੱਚ ਹੈ, ਕਿਸੇ ਗੁਫਾ ਦੇ ਵਿੱਚ ਹੈ, ਕਿਸੇ ਖੱਡ ਦੇ ਵਿੱਚ ਹੈ, ਕੋਈ ਨਹੀਂ ਪਤਾ। ਜਿੱਥੇ ਡਿਊਟੀ ਹੈ ਉਹਨੇ ਦੇਸ਼ ਦੀ ਰਾਖੀ ਬਾਜ਼ ਅੱਖ ਨਾਲ ਦੁਸ਼ਮਣ ਨੂੰ ਦੇਖਣਾ ਕਿ ਮੇਰਾ ਦੁਸ਼ਮਣ ਕਿਸੇ ਪਾਸਿਓਂ ਆ ਕੇ ਮੇਰੇ ਦੇਸ਼ 'ਤੇ ਹਮਲਾ ਨਾ ਕਰੇ। ਜਦ ਬੰਦੇ ਨੂੰ ਪਤਾ ਹੈ ਕਿ ਮੈਂ ਤਾਂ 4 ਸਾਲ ਵਾਸਤੇ ਇੱਕ ਬੰਨ੍ਹਣਾ ਟੁੱਕੀ ਹੈ ਮੇਰੀ, ਮੈਂ ਤਾਂ 4 ਸਾਲ ਬਾਅਦ ਇਹਨਾਂ ਨੇ ਕੁਛ ਵੀ ਨਹੀਂ ਕਰਨਾ, ਇਹਨਾਂ ਨੇ ਕਰਨਾ। ਇਸ ਲਈ ਉਹਦੇ ਵਿੱਚ ਜੋ ਦੇਸ਼ ਦੀ ਹਮਦਰਦੀ ਹੁੰਦੀ ਹੈ ਜਾਂ ਦੇਸ਼ ਪਿਆਰ ਹੁੰਦਾ ਹੈ ਜਾਂ ਦੇਸ਼ ਦੇ ਲਈ ਲੜਨ 'ਚ ਉਹ ਪੈਦਾ ਨਹੀਂ ਹੁੰਦੀ। ਉਹ ਤਾਂ ਇੱਕ ਟਾਈਮ ਪਾਸ ਕਰਨ ਵਾਲੀ ਗੱਲ ਹੁੰਦੀ ਹੈ। ਇਹ ਜੋ ਫੈਸਲਾ ਲਿਆ, ਇਹਦੇ ਫੈਸਲੇ ਦੇ ਉੱਤੇ ਇਹਨਾਂ ਨੂੰ ਸਰਕਾਰ ਨੂੰ ਮੁੜ ਕੇ ਗੌਰ ਕਰਨੀ ਚਾਹੀਦੀ ਹੈ। ਜਦੋਂ ਇਹ ਵੱਡੇ ਵੱਡੇ ਫੈਸਲੇ ਕਿਸਾਨਾਂ ਨੇ ਮੋਰਚਾ ਲਾਗੂ ਕਰਕੇ ਉਹ ਫੈਸਲੇ ਬਦਲੇ ਨੇ, ਇਹ ਨੌਜਵਾਨ ਵੀ ਇਹ ਫੈਸਲਾ ਬਦਲ ਦੇਣਗੇ। ਪਰ ਮੈਂ ਇੱਕ ਨੌਜਵਾਨ ਨੂੰ ਬੇਨਤੀ ਕਿ ਇਹ ਭੰਨ ਤੋੜ ਦੇ ਉੱਤੇ ਨਾ ਆਓ। ਇਹ ਜੇ ਤੁਸੀਂ ਐਜੀਟੇਸ਼ਨ ਕਰਦੇ ਹੋ ਸ਼ਾਂਤੀਪੂਰਵਕ ਤੁਸੀਂ ਧਰਨੇ ਦਿਓ, ਮੁਜ਼ਾਹਰੇ ਦਿਓ, ਰੋਕੋ, ਲੇਕਿਨ ਕੋਈ ਅਹਿੰਸਾ ਅੱਗ ਨਾ ਲਾਓ। ਜੋ ਪ੍ਰਾਪਰਟੀ ਹੈ ਉਹ ਵੀ ਆਪਣੀਆਂ ਗੱਡੀਆਂ ਸਾੜ ਰਹੇ ਆ, ਉਹਦੇ ਵਿੱਚ ਵੀ ਆਪਣੇ ਪਰਿਵਾਰਕ ਮੈਂਬਰ ਆਪਣੇ ਜੀਅ ਹੋ ਰਹੇ। ਜੋ ਬੱਸਾਂ ਨੇ ਉਹ ਵੀ ਸਾਡੀਆਂ ਨੇ, ਕਿਸੇ ਨੂੰ ਨੁਕਸਾਨ ਨਾ ਪਹੁੰਚਾਓ। ਇੱਕ ਸ਼ਾਂਤਮਈ ਤਰੀਕੇ ਨਾਲ ਆਪਣੇ ਅੰਦੋਲਨ ਨੂੰ ਕਾਮਯਾਬ ਕਰੋ। ਇਹ ਸਰਕਾਰ ਦੀਆਂ ਅੱਖਾਂ ਬਹੁਤ ਜਲਦੀ ਖੁੱਲ ਜਾਣਗੀਆਂ। ਉਹ ਕਿਹੜਾ ਕੰਮ ਹੈ ਜਿਹੜਾ ਅੱਜ ਦਾ ਨੌਜਵਾਨ ਤੇ ਕਿਸਾਨ ਨਹੀਂ ਕਰ ਸਕਦਾ। ਕਿਸਾਨ ਅੰਨਦਾਤਾ ਹੈ ਤੇ ਨੌਜਵਾਨ ਦੇਸ਼ ਦਾ ਰੱਖ ਹੈ। ਇਹ ਦੋਨੇ ਅੱਜ ਇਕੱਠੇ ਨੇ। ਜੇ ਕੱਲ੍ਹ ਨੂੰ ਨੌਜਵਾਨਾਂ ਨੂੰ ਕੋਈ ਵਿਪਤਾ ਆਊਗੀ ਤਾਂ ਕਿਸਾਨ, ਕਿਉਂਕਿ ਜ਼ਿਆਦਾ ਬੱਚੇ ਕਿਸਾਨੀ ਪਿੰਡਾਂ ਦੇ ਵਾਲੇ ਹੀ ਫੌਜ ਜਾਂਦੇ ਨੇ, ਉਹ ਮਾਪੇ ਉਹਨਾਂ ਦੇ ਬਿਲਕੁਲ ਨਾਲ ਸਾਥ ਦੇਣਗੇ। ਇਸ ਲਈ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ, ਇਸ ਫੈਸਲੇ ਦੇ ਉੱਤੇ ਹਟ ਕੇ ਵਿਚਾਰ ਕੀਤੀ ਜਾਵੇ। ਇਹ ਫੈਸਲਾ ਲਾਗੂ ਨਾ ਕੀਤਾ ਜਾਵੇ। ਫੈਸਲਾ ਲਾਗੂ ਕੀਤਾਂਗੇ ਤਾਂ ਪੂਰੇ ਦੇਸ਼ ਦੇ ਜਿਹੜੇ ਹਾਲਾਤ ਨੇ, ਨੌਜਵਾਨਾਂ ਨੇ ਉਹਨਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਨਹੀਂ ਚੱਲਣ ਦੇਣਾ ਹੈਗਾ। ਤੁਹਾਡੀ ਸਰਕਾਰ ਖਤਰੇ ਵਿੱਚ ਆਊਗੀ। ਅਸਲੀ ਜਿਹੜੀ ਗੱਲ ਕਰ ਰਹੇ ਹੋ 2024 ਦੀ ਇਲੈਕਸ਼ਨ ਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਹੋ ਵੀ ਇੰਨੇ ਬੱਚੇ ਅਸੀਂ ਇੰਨੇ ਲੱਖ ਨੂੰ ਅਸੀਂ ਇਸ ਸਾਲ ਨੌਕਰੀ ਦਿੱਤੀ ਹੈ, ਇਹਨਾਂ ਨੂੰ ਇਸ ਸਾਲ ਦਿੱਤੀ ਹੈ। ਇਹਨਾਂ ਨੇ ਇਲੈਕਸ਼ਨ ਨੂੰ ਲੈ ਕੇ ਇਹ ਜੋ ਕਿ ਕਦਮ ਚੱਕਿਆ, ਇਹ ਸਕੀਮ ਲਾਗੂ ਕੀਤੀ ਹੈ, ਪਰ ਕਿਤੇ ਨਾ ਕਿਤੇ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਵੀ ਇਫੈਕਟ ਪੈ ਸਕਦਾ। ਬਿਲਕੁਲ ਵਿਸ਼ਾ ਜੀ, 100% ਇਫੈਕਟ ਪਏਗਾ, ਕਿਉਂਕਿ ਨੌਜਵਾਨ ਹੀ ਕਿਸੇ ਦੇਸ਼ ਦੀ ਬਣਤਰ ਨੂੰ, ਕਿਸੇ ਨੂੰ ਖੁਸ਼ਹਾਲ ਨੂੰ ਬਦਲਣ ਦੇ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੈ। ਜਦ ਇਹ ਨੌਜਵਾਨ ਨੂੰ ਨਿਰਾਸ਼ ਕਰ ਦੇਣਗੇ, ਨੌਜਵਾਨ ਨੂੰ ਚੰਗਾ ਰਸਤਾ ਨਹੀਂ ਦਿਖਾਉਣਗੇ। ਕਿਸਾਨ ਤਾਂ ਇਹਨਾਂ ਨੇ ਪਹਿਲਾਂ ਹੀ ਆਪਣੇ ਨਾਰਾਜ਼ ਕੀਤਾ ਹੋਇਆ। ਜੇ ਇਹਨਾਂ ਨੇ ਕਿਸਾਨ ਵੀ ਨੁਕਸਾਨ ਤੇ ਜਵਾਨ ਵੀ ਕਰ ਲਿਆ ਤਾਂ ਇਹ ਦੇਸ਼ ਅੱਛੇ ਭਵਿੱਖ ਵੱਲ ਨਹੀਂ ਅੱਗੇ ਜਾ ਸਕੇਗਾ। ਦੇਸ਼ ਦੇ ਵਿੱਚ ਸਿਵਾਏ ਹੜਤਾਲਾਂ ਦੇ, ਦੰਗਿਆਂ ਦੇ, ਲੜਾਈ ਝਗੜੇ ਦੇ, ਰੋਜ਼ ਹੜਤਾਲਾਂ ਤੋਂ ਬਿਨਾਂ ਕੁਛ ਵੀ ਨਹੀਂ ਹੋਏਗਾ ਜੀ। ਤੇ ਲੋਕਾਂ ਨੂੰ ਵੀ ਕਿ ਇਹ ਅਪੀਲ ਹੈ ਕਿ ਰੋਸ ਹੈ ਉਹਨਾਂ ਦੇ ਅੰਦਰ, ਠੀਕ ਹੈ ਕਿ ਜਿਹੜੀ ਗੱਲ ਦਾ ਰੋਸ ਹੈ ਕਿ ਉਹਨੂੰ ਆਵਾਜ਼ ਜ਼ਰੂਰ ਚੁੱਕਣ, ਪਰ ਜਿਹੜੇ ਕਿ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਉਣ। ਕਿਉਂਕਿ ਅੱਜ ਵੀ ਦੇਖਣ ਨੂੰ ਮਿਲਿਆ ਕਿ ਬੱਸਾਂ ਨੂੰ ਫੂਕ ਦਿੱਤਾ ਜਾਂ ਫਿਰ ਭੰਨ ਤੋੜ ਕਰ ਦਿੱਤੀ। ਦੇਖੋ ਈਸ਼ਾ ਜੀ, ਜਿਹੜੀ ਜਵਾਨੀ ਹੁੰਦੀ ਹੈ ਇਹ ਜੋਸ਼ ਹੁੰਦੀ ਹੈ, ਇਹ ਅੱਗ ਦਾ ਗੋਲਾ ਹੁੰਦੀ ਹੈ ਜੀ। ਇਸ ਨੂੰ ਇਹ ਅੱਗ ਦੇ ਗੋਲੇ ਨੂੰ ਜੇ ਆਪਾਂ ਸਹੀ ਤਰੀਕੇ ਨਾਲ ਚਲਾਈਏ, ਉਹਦੇ ਉੱਤੇ ਅਸੀਂ ਵੱਡੀ ਤੋਂ ਵੱਡੀ ਊਰਜਾ ਪੈਦਾ ਕਰ ਸਕਦੇ ਹਾਂ। ਉੱਤੇ ਹਰ ਚੀਜ਼ ਦਾ, ਜੇ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਤਾਂ ਉਹ ਸਭ ਕਿਸਮ ਨੂੰ ਸਾੜ ਦਿੰਦੀ ਹੈ। ਅੱਜ ਨੌਜਵਾਨਾਂ ਵਿੱਚ ਰੋਸ ਹੈ, ਰੋਸ ਵੀ ਉਹਨਾਂ ਦਾ ਸੱਚਾ ਹੈ, ਕਿਉਂਕਿ ਉਹਨਾਂ ਦਾ ਭਵਿੱਖ ਹੈ ਜਿਹੜਾ ਉਹ ਇੱਕ ਖਤਰੇ ਵੱਲ, ਇੱਕ ਖਾਈ ਵਿੱਚ, ਇੱਕ ਨਰਕ ਵੱਲ ਜਾ ਰਿਹਾ। ਉਹ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਦੁਖੀ ਹੋ ਕੇ ਕਦਮ ਚੁੱਕ ਰਹੇ ਨੇ। ਸਰਕਾਰ ਨੂੰ ਸੋਚਣਾ ਚਾਹੀਦਾ, ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਕਿਸੇ ਦੇ ਬੱਚੇ ਨਹੀਂ, ਉਹ ਇਹ ਸੋਚਦੇ ਸਾਡੇ ਬੱਚੇ ਨੇ ਵੀ ਜੇ ਸਾਡੇ ਪਰਿਵਾਰ ਦੇ ਨਾਲ ਇੱਦਾਂ ਹੋਵੇ ਤਾਂ ਸਾਡੇ ਨਾਲ ਕੀ ਬੀਤੇ। ਪਰ ਇਹ ਬੀਤੇ ਕਰਨ ਕੀ ਇਹਨਾਂ ਦੇ ਆਪਣੇ ਜੇ ਬੱਚੇ ਹੋਣ ਤਾਂ ਇਹ ਬਾਰੇ ਸੋਚੇ। ਇਹਦਾ ਇੱਕ ਦੇਸ਼ ਨੂੰ ਜਿੱਦਾਂ ਹੁੰਦਾ ਨਾ, ਉਹਦੇ ਹੱਥ ਬਟੇਰਾ, ਕਿਸੇ ਪੈਰ ਥੱਲੇ ਬਟੇਰਾ ਆ ਗਿਆ ਜੀ, ਉਹ ਕਹਿਣ ਲੱਗਿਆ ਮੈਂ ਸ਼ਿਕਾਰੀ ਬਣ ਗਿਆ, ਮੈਂ ਤਾਂ ਸ਼ਿਕਾਰ ਤੇ ਰੋਟੀ। ਉਸ ਤਰ੍ਹਾਂ ਹੁਣ ਬੀਜੇਪੀ ਨੂੰ ਜਿਹੜਾ ਹੈ ਰਾਜ ਸੀਗਾ ਉਹ ਸੈਂਟਰ ਦਾ ਮਿਲ ਗਿਆ। ਇਹ ਆਪਣੇ ਆਪ ਨੂੰ ਮਨੋਪਲੀ ਬਣੇ। ਇਹ ਰਾਜ ਹਮੇਸ਼ਾ ਕਿਸੇ ਨਹੀਂ ਰਹਿੰਦੇ, ਸਿਰਫ ਯਾਦਾਂ, ਚੰਗੇ ਕੰਮਾਂ ਨੂੰ ਲੋਕ ਯਾਦ ਕਰਦੇ। ਜੇ ਚੰਗਾ ਕੰਮ ਕਰਾਂਗੇ ਆਉਣ ਵਾਲੇ ਇਤਿਹਾਸ ਦੇ ਵਿੱਚ ਨਾਂ ਜੰਮ ਜਾਂਦਾ। ਜੇ ਇੱਦਾਂ ਦੀ ਗੱਲ, ਮੁਹੰਮਦ ਤੁਗਲਕ ਨੂੰ ਬੇਵਕੂਫ ਬਾਦਸ਼ਾਹ ਕਿਉਂ ਕਹਿੰਦੇ ਸੀਗੇ? ਅੱਜ ਵੀ ਬੇਵਕੂਫ ਬਾਦਸ਼ਾਹ ਦੇ ਨਾਲ ਨਾਲ ਮੁਹੰਮਦ ਤੁਗਲਕ ਨੂੰ ਕਿਹਾ ਜਾਂਦਾ,
ਕਿਉਂਕਿ ਉਹ ਆਪਣੇ ਟਾਈਮ ਦੇ ਵਿੱਚ ਚੰਗੇ ਫੈਸਲੇ ਦੇਸ਼ ਹਿੱਤ ਵਾਸਤੇ ਨਹੀਂ ਕਰ ਸਕਿਆ। ਜੇ ਇਸ ਤਰ੍ਹਾਂ ਦਾ ਹੀ ਫੈਸਲਾ ਇਹ ਸਰਕਾਰਾਂ ਕਰਦੀਆਂ ਨੇ, ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਵੀ ਕਿਸੇ ਨੇ ਚੰਗਾ ਨਹੀਂ ਕਹਿਣਾ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਜਿਹੜਾ ਕਿ ਸਾਡੇ ਲਈ ਸਮਾਂ ਕੱਢਿਆ ਤੇ ਇੱਕ ਜੋ ਕਿ ਮੈਸੇਜ ਵੀ ਦਿੱਤਾ ਨੌਜਵਾਨਾਂ ਨੂੰ। ਈਸ਼ਾ ਜੀ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਮੈਨੂੰ ਆਪਣੇ ਚੈਨਲ ਤੇ ਸਮਾਂ ਦੇ ਕੇ ਸੰਗਤ ਦੇ ਰੂਬਰੂ ਹੋਣ ਦਾ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਜੀ।